ਸਤਿ ਸ਼੍ਰੀ ਅਕਾਲ। ਅੱਜ ਮੈਂ ਬੜੀ ਇੰਪੋਰਟੈਂਟ ਜਿਹੜੀ ਘੋਸ਼ਣਾ ਹੈਗੀ ਹੈ ਜਲੰਧਰ ਵਾਸੀਆਂ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਪਿਛਲੇ ਲੰਬੇ ਸਮੇਂ ਦੌਰਾਨ 9 ਦਿਨ ਮਾਰਚ ਦੇ ਹੋ ਗਏ, ਸਮਝੋ 23 ਤਰੀਕ ਨੂੰ ਕਰਫਿਊ ਲੱਗਿਆ ਸੀਗਾ, 30 ਦਿਨ ਅਗਲੇ ਮਹੀਨੇ ਦੇ ਹੋ ਗਏ ਅਪ੍ਰੈਲ ਦੇ, ਔਰ 17 ਦਿਨ ਇਸ ਮਹੀਨੇ ਦੇ, ਔਰ ਕੁੱਲ 56 ਦਿਨ ਜਿਹੜਾ ਹੈਗਾ ਕਰਫਿਊ ਲੱਗਿਆ ਰਿਹਾ। ਤੁਸੀਂ ਸਾਰਿਆਂ ਨੇ ਇੰਨਾ ਸਹਿਯੋਗ ਦਿੱਤਾ, ਮੈਂ ਇਹਦੇ ਲਈ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਔਰ ਇਸ ਸਮੇਂ ਦੌਰਾਨ ਜਿਹੜੇ ਵੀ ਕਰਮਚਾਰੀਆਂ ਨੇ, ਪੁਲਿਸ ਕਰਮਚਾਰੀਆਂ ਨੇ, ਹੈਲਥ ਕਰਮਚਾਰੀਆਂ ਨੇ, ਸੈਨੀਟੇਸ਼ਨ, ਸਿਵਲ ਦੇ, ਰੇਲਵੇ ਦੇ, ਬਹੁਤ ਲੋਕਾਂ ਨੇ, ਐਸੈਂਸ਼ੀਅਲ ਸਰਵਿਸਿਜ਼ ਵਾਲੇ ਜਿਹੜੇ ਹੌਕਰਸ ਨੇ, ਸਭ ਨੇ ਕੰਮ ਕੀਤਾ। ਸਭ ਦਾ ਧੰਨਵਾਦ। ਅੱਜ ਦੀਆਂ ਜਿਹੜੀਆਂ ਇੰਪੋਰਟੈਂਟ ਅਨਾਉਂਸਮੈਂਟਸ ਨੇ, ਇੱਕ ਤਾਂ ਇਹ ਹੈ ਕਿ ਕੱਲ ਅੱਧੀ ਰਾਤ 17 ਮਈ ਦੀ ਅੱਧੀ ਰਾਤ ਤੋਂ ਕਰਫਿਊ ਹੈ ਜਿਹੜਾ ਉਹ ਖਤਮ ਕਰ ਦਿੱਤਾ ਗਿਆ, ਔਰ ਉਹਦੇ ਤਾਬੇ ਜਿਹੜੇ ਵੀ ਕੋਈ ਆਰਡਰ ਕੀਤੇ ਗਏ ਸੀ, ਜਿਹੜੀਆਂ ਵੀ ਬੰਦਿਸ਼ਾਂ ਸੀਗੀਆਂ, ਉਹ ਖਤਮ ਕੀਤੀਆਂ ਜਾਂਦੀਆਂ ਨੇ। ਪਰੰਤੂ ਭਾਰਤ ਸਰਕਾਰ ਔਰ ਪੰਜਾਬ ਸਰਕਾਰ ਦੇ ਹੋਮ ਅਫੇਅਰਸ ਡਿਪਾਰਟਮੈਂਟ ਦੇ ਜਿਹੜੇ ਸਰਕੂਲਰਸ ਪ੍ਰਾਪਤ ਹੋਏ ਨੇ, ਉਹਨਾਂ ਦੇ ਤਹਿਤ 31 ਮਈ ਤੱਕ, ਭਾਵ ਅਗਲੇ 14 ਦਿਨਾਂ ਤੱਕ ਲਾਕਡਾਊਨ ਹੈ ਜਿਹੜਾ ਉਹ ਜਾਰੀ ਰਹੇਗਾ। ਲਾਕਡਾਊਨ ਤੋਂ ਭਾਵ ਇਹ ਹੈ ਕਿ ਰਾਤ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ 7 PM to 7 AM ਐਸੈਂਸ਼ੀਅਲ ਸੇਵਾਵਾਂ ਨੂੰ ਛੱਡ ਕੇ ਬਾਹਰ ਜਿਹੜੀ ਆਮਦ ਰਫਤ ਹੈ, ਬਾਹਰ ਨਿਕਲਣ ਦੀ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਹੁਣ ਜਿਹੜਾ ਹੈਗਾ, ਜਿਹੜੀਆਂ ਗਤੀਵਿਧੀਆਂ ਤੇ ਮਨਾਹੀ ਹੋਵੇਗੀ ਪੂਰੇ ਜਲੰਧਰ ਜ਼ਿਲ੍ਹੇ 'ਚ, ਸਕੂਲ, ਕਾਲਜ, ਐਜੂਕੇਸ਼ਨਲ ਇੰਸਟੀਟਿਊਸ਼ਨਸ, ਟ੍ਰੇਨਿੰਗ ਇੰਸਟੀਟਿਊਟ, ਕੋਚਿੰਗ ਇੰਸਟੀਟਿਊਟ, ਜਿਸ 'ਚ ਕਿ ਆਈਲੈਟ ਵਾਲੇ ਵੀ ਆ ਜਾਂਦੇ ਆ, ਜਿਹੜੇ ਕੋਈ +1 +2 ਦੀ ਕੋਚਿੰਗ ਦਿੰਦੇ ਆ ਉਹ ਵੀ, ਕੋਈ ਇੰਗਲਿਸ਼ ਦੀ, ਸਾਰੇ ਬੰਦ ਰਹਿਣਗੇ। ਪਰ ਇਹ ਆਨਲਾਈਨ ਤੇ ਡਿਸਟੈਂਸ ਲਰਨਿੰਗ ਜਿਹੜੀ ਹੈਗੀ ਹੈ ਉਹ ਕੰਟੀਨਿਊ ਕਰ ਸਕਦੇ ਨੇ। ਔਰ ਇਹਦੇ ਨਾਲੋਂ ਨਾਲ, ਕਿਉਂਕਿ ਅੱਗੇ ਦਫ਼ਤਰਾਂ ਵਾਲੀ ਗੱਲ ਆਊਗੀ, ਤਾਂ ਐਜੂਕੇਸ਼ਨ ਇੰਸਟੀਟਿਊਸ਼ਨ ਦਾ ਜਿਹੜਾ ਦਫ਼ਤਰ ਹੈਗਾ, ਉਹਦਾ ਜਿਹੜਾ ਦਫ਼ਤਰੀ ਸਟਾਫ ਹੈ, ਮੰਨ ਲਓ ਕਿਸੇ ਨੇ ਤਨਖਾਹ ਬਣਾਉਣੀ ਹੈ, ਆਨਲਾਈਨ ਕੋਈ ਡਾਟਾ ਅਪਲੋਡ ਕਰਨਾ ਹੈ, ਕੋਈ ਬੱਚਿਆਂ ਨੂੰ ਕਿਤਾਬਾਂ ਡਿਸਪੈਚ ਕਰਨੀਆਂ ਹੈਗੀਆਂ, ਉਹ ਦਫ਼ਤਰ ਆ ਕੇ ਖੋਲ੍ਹ ਸਕਦੇ ਨੇ। ਬਟ ਆਈ ਐਮ ਰਿਪੀਟਿੰਗ, ਕੋਈ ਵੀ ਸਟੂਡੈਂਟ ਜਾਂ ਕਲਾਸ ਸਕੂਲ, ਕਾਲਜ, ਇੰਸਟੀਟਿਊਟ, ਕੋਚਿੰਗ ਇੰਸਟੀਟਿਊਟ 'ਚ ਨਹੀਂ ਆਊਗਾ। ਜੇਕਰ ਕੋਈ ਇੱਦਾਂ ਕਲਾਸਾਂ ਲਾਉਂਦਾ ਪਾਇਆ ਗਿਆ ਤਾਂ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਊਗੀ। ਇਸ ਤੋਂ ਇਲਾਵਾ ਹੋਟਲ, ਰੈਸਟੋਰੈਂਟ ਔਰ ਹਸਪਿਟੈਲਿਟੀ ਨਾਲ ਜੁੜੇ ਹੋਏ ਜਿਹੜੇ ਹੋਰ ਅਦਾਰੇ ਨੇ, ਭਾਵ ਮੈਰਿਜ, ਬੈਂਕਟ ਵਗੈਰਾ, ਸਾਰੇ ਇਹ ਸਾਰੇ ਜਿਹੜੇ ਹੈਗੇ ਆ ਬੰਦ ਰਹਿਣਗੇ। ਪਰੰਤੂ ਇਹਨਾਂ ਦੀ ਜਿਹੜੀ ਕਿਚਨ ਹੈ ਉਹਨੂੰ ਕਿਸ ਮੰਤਵ ਲਈ ਚਲਾਇਆ ਜਾ ਸਕਦਾ ਹੈ? ਰੈਸਟੋਰੈਂਟ, ਈਟਰੀਜ਼, ਹਲਵਾਈ, ਆਈਸਕ੍ਰੀਮ ਸ਼ਾਪਸ, ਜੂਸ ਸ਼ਾਪਸ, ਬੇਕਰੀ ਸ਼ਾਪਸ, ਇਹ ਜਿਹੜੀਆਂ ਹੈਗੀਆਂ ਨੇ ਸਵੇਰ 7 AM ਤੋਂ ਸ਼ਾਮ ਦੇ 6 PM ਤੱਕ ਖੋਲ੍ਹ ਸਕਦੇ। ਸਾਰੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਜਿਮ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ, ਬੈਂਕੁਏਟਸ, ਸਿਮਿਲਰ ਪਲੇਸ ਜਿਹੜੇ ਹੈਗੇ ਉਹ ਬੰਦ ਰਹਿਣਗੇ। ਇਸ ਤੋਂ ਇਲਾਵਾ ਸਾਰੀਆਂ ਸੋਸ਼ਲ, ਪੋਲੀਟੀਕਲ, ਸਪੋਰਟਸ, ਐਂਟਰਟੇਨਮੈਂਟ, ਅਕੈਡਮਿਕ, ਕਲਚਰਲ, ਰਿਲੀਜੀਅਸ ਫੰਕਸ਼ਨ, ਅਦਰ ਸਿਮਿਲਰ ਗੈਦਰਿੰਗਸ, ਇਹ ਸਾਰੀਆਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਰਿਲੀਜੀਅਸ ਪਲੇਸਿਸ ਆਫ ਵਰਸ਼ਿਪ ਜਿਹੜੇ ਹੈਗੇ ਆ ਪਬਲਿਕ ਦੇ ਲਈ ਬੰਦ ਰਹਿਣਗੇ। ਪਰ ਉੱਥੇ ਰੋਜ਼ਾਨਾ ਦੀ ਜਿਹੜੀਆਂ ਮੂਰਤੀਆਂ ਦੀ ਜਾਂ ਕੋਈ ਧਾਰਮਿਕ ਕਿਤਾਬਾਂ ਦੀ, ਜਾਂ ਕੋਈ ਜਿਵੇਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈਗਾ, ਜਿਹੜੇ ਧਾਰਮਿਕ ਅਕੀਦੇ ਨਾਲ ਜੁੜੇ ਹੋਏ ਜਿਹੜੇ ਪੁਜਾਰੀ ਨੇ, ਜਾਂ ਕੋਈ ਭਾਈ ਸਾਹਿਬ ਨੇ, ਜਾਂ ਕੋਈ ਪਾਦਰੀ ਨੇ, ਜਾਂ ਕੋਈ ਮੌਲਵੀ ਨੇ, ਉਹ ਆਪਦੀ ਡੇ ਟੂ ਡੇ ਜਿਹੜੀ ਹੈਗੀ ਹੈ ਉਹ ਅਕੀਦਤ ਪੇਸ਼ ਕਰ ਸਕਦੇ ਨੇ। ਪਰ ਲੋਕਾਂ ਦੇ ਲਈ ਧਾਰਮਿਕ ਸਥਾਨਾਂ 'ਤੇ ਜਾਣ ਦੀ ਮਨਾਹੀ ਹੈ, ਔਰ ਇਹ ਸਾਰਾ ਲੋਕਾਂ ਦੇ ਭਲੇ ਲਈ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਨੂੰ ਇਹ ਬਿਮਾਰੀ ਦਾ ਫੈਲਾਅ ਨਾ ਹੋਵੇ। ਫਿਰ ਉਸ ਤੋਂ ਇਲਾਵਾ ਜਿਹੜੇ ਬੱਸ ਤੇ ਵਹੀਕਲਸ ਨੇ ਉਹ ਅਲਾਊਡ ਨੇ। ਅਗਰ ਇੰਟਰ ਸਟੇਟ ਬੱਸ ਨੇ ਮੂਵ ਕਰਨਾ ਹੈ ਤਾਂ ਦੂਜੇ ਸਟੇਟ ਤੋਂ ਪ੍ਰਵਾਨਗੀ ਲੈ ਕੇ, ਜਿਹੜਾ ਗਵਰਨਮੈਂਟ ਆਫ ਇੰਡੀਆ MHA ਦਾ SOP ਹੈ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ, ਉਹਦੇ ਮੁਤਾਬਕ ਬੱਸਾਂ ਚੱਲ ਸਕਦੀਆਂ ਨੇ। ਇੰਟਰਾ ਸਟੇਟ ਮੂਵਮੈਂਟ ਵੀ ਜਿਹੜੀਆਂ SOP ਗਵਰਨਮੈਂਟ ਦੀ ਹੈਗੀ ਹੈ, ਸਟੈਂਡਰਡ ਆਪਰੇਟਿੰਗ ਪ੍ਰੋਸੀਜਰ MHA ਦਾ, ਉਹਦੇ ਮੁਤਾਬਕ ਚੱਲ ਸਕਦੀ ਹੈ। ਟੈਕਸੀ ਤੇ ਐਗਰੀਗੇਟਰ ਇਹ ਵੀ ਚੱਲ ਸਕਦੇ ਨੇ ਗਵਰਨਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਜਾਂ ਟਰਾਂਸਪੋਰਟ ਡਿਪਾਰਟਮੈਂਟ ਦੀਆਂ। ਬਾਈਸਾਈਕਲ, ਰਿਕਸ਼ਾ, ਆਟੋ ਰਿਕਸ਼ਾ ਅਲਾਊਡ ਸਬਜੈਕਟ ਟੂ ਦਾ ਕੰਪਲਾਇੰਸ ਆਫ ਦਾ SOP। 2 ਵੀਲਰ ਇਹ ਵੀ ਅਲਾਊਡ ਹੈਗੇ ਨੇ। 4 ਵੀਲਰ ਹੈ ਇਹ ਵੀ ਅਲਾਊਡ ਨੇ। ਹੁਣ ਤੁਸੀਂ ਪੁੱਛੋਗੇ ਇਸ ਤੇ ਮੋਟਾ ਅਸੂਲ ਕੀ ਹੈ? ਥੰਬ ਰੂਲ ਜਿਹਨੂੰ ਆਪਾਂ ਕਹਿੰਦੇ ਆ। ਥੰਬ ਰੂਲ ਇਹ ਹੈ ਕਿ ਜਿੰਨੀ ਵਹੀਕਲ ਦੀ ਕਪੈਸਿਟੀ ਹੈ ਉਸ ਤੋਂ ਅੱਧੀ ਤੇ ਚੱਲਣਾ ਹੈਗਾ। ਜੇ 2 ਵੀਲਰ ਹੈ ਤਾਂ ਉਸ ਤੇ ਪਿਲੀਅਨ ਰਾਈਡਿੰਗ, ਮਤਲਬ ਪਿੱਛੇ ਨਹੀਂ ਕੋਈ ਬੈਠੂਗਾ, ਇਕੱਲਾ ਇੱਕ ਬੰਦਾ 2 ਵੀਲਰ ਨੂੰ ਚਲਾਊਗਾ। ਅਗਰ 4 ਵੀਲਰ ਹੈ ਤਾਂ ਉਹਦੇ ਵਿੱਚ ਇੱਕ ਡਰਾਈਵਰ ਤੇ 2 ਸਵਾਰੀਆਂ ਪਿਛਲੀ ਸੀਟ ਤੇ,
ਉਹ ਬਹਿ ਸਕਦੀਆਂ ਨੇ। ਅਗਰ 52 ਸੀਟਰ ਬੱਸ ਹੈ ਤਾਂ ਉਸ 'ਚ 30 ਬੰਦੇ ਬਹਿ ਸਕਦੇ ਨੇ, ਅਗਰ 40 ਸੀਟਰ ਬੱਸ ਹੈ ਤਾਂ ਉਸ 'ਚ 20 ਬੰਦੇ ਬਹਿ ਸਕਦੇ ਆ, ਭਾਵ 50% ਕਪੈਸਿਟੀ ਤੇ ਚੱਲਣਗੇ। ਇਹਦੇ ਲਈ ਕੋਈ ਕਰਫਿਊ ਪਾਸ ਦੀ ਸਵੇਰ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਲੋੜ ਨਹੀਂ ਹੈਗੀ। ਸਪੋਰਟਸ ਕੰਪਲੈਕਸ ਔਰ ਸਟੇਡੀਆ ਇਹ ਖੁੱਲ ਸਕਦੇ ਨੇ, ਬੰਦੇ ਇੱਥੇ ਆ ਕੇ ਖੇਡ ਸਕਦੇ ਨੇ, ਸੈਰ ਕਰ ਸਕਦੇ ਨੇ, ਭੀੜ ਭੜੱਕਾ ਨਹੀਂ ਕਰਨਾ, ਸੋਸ਼ਲ ਡਿਸਟੈਂਸਿੰਗ ਰੱਖਣੀ ਹੈ। ਪਰ ਸਪੈਕਟੇਟਰਸ ਭਾਵ ਦਰਸ਼ਕਾਂ ਦੀ ਭੀੜ ਲਾਉਣ ਦੀ ਮਨਾਹੀ ਹੈਗੀ ਹੈ। ਇਸ ਤਰ੍ਹਾਂ ਕੋਈ ਪਿੰਡੂ ਖੇਡ ਮੇਲੇ ਵਗੈਰਾ ਕੋਈ ਨਹੀਂ ਕਰਾਏਗਾ, ਕਿਉਂਕਿ ਉਸ 'ਚ ਸਪੈਕਟੇਟਰ ਜਾਂ ਦਰਸ਼ਕ ਆਉਂਦੇ ਨੇ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਜਿਹੜੇ ਭੀੜ ਵਾਲੀਆਂ ਰੇਹੜੀਆਂ ਜਾਂ ਕੋਈ ਮਾਰਕੀਟ ਐਸੋਸੀਏਸ਼ਨ, ਬਹੁਤ ਭੀੜੀਆਂ ਦੁਕਾਨਾਂ ਨੇ, ਉੱਥੇ SDM, DSP, ACP, ASP ਇਹਨਾਂ ਦੀ ਸਹਿਮਤੀ ਦੇ ਨਾਲ ਔਡ ਈਵਨ ਜਾਂ ਇਹਦੀ ਸਟੈਗਰਿੰਗ ਕਰਕੇ ਉੱਥੇ ਭੀੜ ਘਟਾਉਣ ਦੀ ਕੋਸ਼ਿਸ਼ ਕਰਨਗੇ, ਪਰ ਇਹ ਮਾਰਕੀਟ ਦੀ ਸਹਿਮਤੀ ਨਾਲ ਹੋਏਗਾ। ਵਾਲ ਕੱਟਣ ਵਾਲੀਆਂ ਦੁਕਾਨਾਂ ਤੇ ਸੈਲੂਨ ਬਾਰੇ ਬੜੇ ਦਿਨਾਂ ਤੋਂ ਲੋਕ ਪੁੱਛ ਰਹੇ ਸੀ ਵੀ ਕੀ ਹੈ। ਸਵੇਰੇ 7 ਵਜੇ 7 AM to 6 PM ਇਹਨਾਂ ਨੂੰ ਖੋਲ੍ਹਣ ਦੀ ਆਗਿਆ ਹੈਗੀ ਹੈ, ਪਰ ਹੈਲਥ ਵਿਭਾਗ ਵੱਲੋਂ ਜੋ ਵੀ ਇੰਸਟਰਕਸ਼ਨਾਂ ਨੇ, ਬਾਰ-ਬਾਰ ਸੈਨੀਟਾਈਜ਼ ਕਰਨਾ, ਹੱਥ ਧੋਣੇ, ਮੂੰਹ ਤੇ ਮਾਸਕ ਪਾ ਕੇ ਸਾਰਾ ਕੰਮ ਕਰਨਾ, ਇਹ ਸਾਰਾ ਆਪਾਂ ਧਿਆਨ ਰੱਖਣਾ ਹੈਗਾ ਔਰ ਬਹੁਤ ਹੀ ਜ਼ਿਆਦਾ ਲੋੜ ਪੈਣ ਤੇ ਇਹਨਾਂ ਥਾਵਾਂ ਤੇ ਜਾਣਾ ਹੈ। ਇਸ ਤੋਂ ਇਲਾਵਾ ਉਸਾਰੀ ਤੇ ਖੇਤੀਬਾੜੀ, ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ ਹੋਵੇ, ਇਹਦੇ ਤੇ ਕੋਈ ਮਨਾਹੀ ਨਹੀਂ, ਇਹਨੂੰ ਬਿਲਕੁਲ ਆਮ ਵਾਂਗ ਕੀਤਾ ਜਾ ਸਕਦਾ ਹੈ। 65 ਸਾਲ ਤੋਂ ਉੱਪਰ ਦੇ ਵਿਅਕਤੀ ਜਾਂ ਜਿਨ੍ਹਾਂ ਨੂੰ ਕੋਮੋਰਬਿਡ ਬਿਮਾਰੀਆਂ ਨੇ, ਜਿਵੇਂ ਕਿ ਕਿਸੇ ਨੂੰ ਸ਼ੂਗਰ ਹੈ ਜਾਂ ਬਹੁਤ ਹੀ ਕੋਈ ਕਿਡਨੀ ਦੀ ਬਿਮਾਰੀ ਹੈ, ਪਹਿਲਾਂ ਹੀ ਪ੍ਰੀ ਡਿਸਪੋਜ਼ਡ ਹੈ ਹੋਰ ਬਿਮਾਰੀਆਂ ਦੇ ਨਾਲ, ਗਰਭਵਤੀ ਮਹਿਲਾਵਾਂ ਨੇ ਤੇ ਬੱਚੇ ਨੇ 10 ਸਾਲ ਤੋਂ ਛੋਟੇ, ਉਹ ਘਰੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ ਤੇ ਹੁਕਮ ਵੀ ਦਿੱਤਾ ਜਾਂਦਾ ਹੈ ਜਦ ਤੱਕ ਕਿ ਬਹੁਤ ਹੀ ਜ਼ਿਆਦਾ ਕੋਈ ਐਸੈਂਸ਼ੀਅਲ ਕੰਮ, ਭਾਵ ਕੋਈ ਮੈਡੀਕਲ ਸੇਵਾ ਜਾਂ ਕੋਈ ਬਹੁਤ ਐਸਾ ਨਾ ਟਾਲਣਯੋਗ ਕੰਮ ਹੋਵੇ, ਉਹਦੇ ਲਈ ਬਾਹਰ ਆ ਸਕਦੇ ਨੇ। ਸਰਕਾਰੀ, ਅਰਧ ਸਰਕਾਰੀ ਤੇ ਜਿਹੜੇ ਔਨ ਡਿਊਟੀ ਕਰਮਚਾਰੀ ਨੇ, ਸੈਂਟਰਲ ਗਵਰਨਮੈਂਟ ਦੇ, ਸਟੇਟ ਗਵਰਨਮੈਂਟ ਦੇ, ਸੈਮੀ ਗਵਰਨਮੈਂਟ ਦੇ, ਆਰਮੀ ਦੇ, ਪੁਲਿਸ ਦੇ, ਪੈਰਾਮੈਡੀਕਲ ਜਿਹੜਾ ਸਾਡਾ ਫੋਰਸਿਸ ਨੇ, ਇਹ ਸਾਰੇ ਜਿਹੜੇ ਹੈਗੇ ਨੇ ਇਹ ਆਪਦੀ ਡਿਊਟੀ ਤੇ ਆਮ ਵਾਂਗ ਆ ਸਕਦੇ ਨੇ। ਇਹਨਾਂ ਦੇ ਦਫ਼ਤਰ ਦੇ ਜੋ ਨਿਯਮ ਨੇ, ਕਿੰਨਾ % ਸਟਾਫ ਨੇ ਆਉਣਾ, ਉਹ ਉੱਦਾਂ ਆਉਂਦੇ ਰਹਿਣਗੇ। ਇਸ ਤੋਂ ਇਲਾਵਾ ਜਿੰਨੇ ਵੀ ਸਾਡੇ ਡਾਕਟਰ ਤੇ ਮੈਡੀਕਲ ਸਟਾਫ ਹੈ, ਇਹਨਾਂ ਦੀ 24 ਘੰਟੇ ਮੂਵਮੈਂਟ ਤੇ ਕੋਈ ਮਨਾਹੀ ਨਹੀਂ ਹੈਗੀ, ਐਂਬੂਲੈਂਸ ਵੀ ਮੂਵ ਕਰ ਸਕਦੀ ਹੈ। ਜਿੰਨੇ ਵੀ ਸਾਡੇ ਟਰੱਕ ਨੇ, ਜਿੰਨੇ ਵੀ ਗੁੱਡਸ ਕੈਰੀਅਰ ਨੇ, ਟੈਂਪੋ ਨੇ, ਕੋਈ ਸਮਾਨ ਢੋਂਦੇ ਨੇ, ਚਾਹੇ ਖਾਲੀ ਹੈ ਭਰੇ ਹੈ, ਇਹਨਾਂ ਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾਂ ਪੂਰੇ ਪੰਜਾਬ 'ਚ ਕਿਤੇ ਕੋਈ ਪਾਸ ਦੀ ਲੋੜ ਨਹੀਂ ਹੈਗੀ। ਜਿਹੜੇ ਵੀ ਕੋਈ ਵਪਾਰੀ ਵੀਰ ਨੇ ਕੋਈ ਸਮਾਨ ਭੇਜਣਾ, ਉਹ ਭੇਜ ਸਕਦਾ। ਇਸ ਤੋਂ ਇਲਾਵਾ ਜਿਹੜੀਆਂ ਮੈਂ ਗਤੀਵਿਧੀਆਂ ਦੱਸਿਆ ਕਿ ਮਨਾਹੀਯੋਗ ਨੇ ਔਰ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਜਲੰਧਰ ਜ਼ਿਲ੍ਹੇ ਦੀ ਹਦੂਦ ਅੰਦਰ ਸਾਰੇ ਉਦਯੋਗ, ਸਾਰੀਆਂ ਦੁਕਾਨਾਂ, ਸਾਰੇ ਵਪਾਰਕ ਅਦਾਰੇ, ਸਾਰੇ ਪ੍ਰਾਈਵੇਟ ਤੇ ਸਰਕਾਰੀ ਦਫ਼ਤਰ ਅਤੇ ਹੋਰ ਗਤੀਵਿਧੀਆਂ 7 AM ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਆਮ ਵਾਂਗ ਚੱਲਣ ਦੀ ਆਗਿਆ ਹੋਏਗੀ, ਪ੍ਰੋਵਾਈਡਡ ਕਿ ਕੋਵਿਡ ਸੰਬੰਧੀ ਜਿਹੜੀਆਂ ਵੀ ਹਦਾਇਤਾਂ ਨੇ ਤੇ ਸੋਸ਼ਲ ਡਿਸਟੈਂਸਿੰਗ ਹੈ ਉਹਦਾ ਆਪਸ 'ਚ ਇਹ ਧਿਆਨ ਰੱਖਣਗੇ। ਜਿਹੜਾ ਵੀ ਕੋਈ ਵਿਅਕਤੀ ਬਾਹਰ ਆਏਗਾ ਉਹਨੂੰ ਮਾਸਕ ਪਹਿਨਣੀ ਜ਼ਰੂਰੀ ਹੋਵੇਗੀ, ਨਹੀਂ ਤਾਂ ਜੁਰਮਾਨਾ ਹੋਏਗਾ ਜੇ ਨਹੀਂ ਪਹਿਨਦਾ। ਪਬਲਿਕ ਥਾਵਾਂ ਤੇ ਥੁੱਕਣ ਦੀ ਮਨਾਹੀ ਹੋਵੇਗੀ ਤੇ ਜਿੰਨੇ ਵੀ ਵਹੀਕਲ ਨੇ ਉਹ 50% ਕਪੈਸਿਟੀ ਤੇ ਚੱਲਣਗੇ ਤੇ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਗੇ। ਹੁਣ ਤੁਸੀਂ ਪੁੱਛੋਗੇ ਵੀ ਕੰਟੇਨਮੈਂਟ ਜ਼ੋਨ ਕੀ ਨੇ। ਸਿਵਲ ਸਰਜਨ ਸਾਹਿਬ ਤੇ ਐਪੀਡੋਮੋਲੋਜਿਸਟ ਤੇ ਹੈਲਥ ਡਿਪਾਰਟਮੈਂਟ, ਕਿਉਂਕਿ DC ਨੂੰ ਨਹੀਂ ਪਤਾ ਵੀ ਕਿਹੜਾ ਕੰਟੇਨਮੈਂਟ ਜ਼ੋਨ ਹੈ, ਉਹ ਸਾਨੂੰ ਇੱਕ ਲਿਸਟ ਦਿੰਦੇ ਆ। ਜਿਹੜੀ ਲਾਸਟ ਲਿਸਟ ਸਾਡੇ ਕੋਲੇ ਆਈ ਹੈ ਉਹ 16 ਤਰੀਕ ਨੂੰ ਆਈ ਹੈ। ਇਹਦੇ 'ਚ ਕੰਟੇਨਮੈਂਟ ਜ਼ੋਨ 'ਚ ਕਿਹੜੇ ਕਿਹੜੇ ਪਏ ਨੇ, ਪਿਛਲੇ ਜਿਹੜੇ 28 ਦਿਨਾਂ 'ਚ ਕੇਸ ਆਏ ਨੇ ਉਹਦੇ ਹਿਸਾਬ ਨਾਲ ਰਾਜਾ ਗਾਰਡਨ ਬਸਤੀ ਦਾਨਿਸ਼ਮੰਦਾ, ਸ਼੍ਰੀ ਗੁਰੂ ਰਵਿਦਾਸ ਨਗਰ ਬਸਤੀ ਦਾਨਿਸ਼ਮੰਦਾ, ਨਿਊ ਰਸੀਲਾ ਨਗਰ ਬਸਤੀ ਦਾਨਿਸ਼ਮੰਦਾ, शिवाजी नगर बस्ती दानिशमंदा, बेगमपुरा ते सुरजीत नगर बस्ती दानिशमंदा, बस्ती शेख बस्ती गुजा, न्यू गोविंद नगर, तेजमोहन नगर, इस तो इलावा काजी महला, किला महला, रस्ता महला, भैरू बाजार, लाल बाजार, जटपुरा, पुरानी सब्जी मंडी, बसंत नगर, न्यू गोविंद नगर, अमन नगर। ये हुण अज की डेट कंटेनमेंट जोन ने, बट एक इवॉल्विंग प्रोसैस है। असी होर 1-2 दिनों के अंदर सिविल सर्जन तो रिपोर्ट लैके अगर इस कोई बदलाव की लोड़ होएगी तुसीं धीरज ना हारो, असी वो भी जिहड़ी हैगी अगर लोड़ पई तां उहनूं चेंज करांगे। गवर्नमेंट के प्राइवेट ऑफिस जिहड़े 7 AM to 6 PM मैं कहा, पर जिहड़े भी कोई दफ्तर का 9 to 5 टाइम है या 10 to 4 टाइम है, वो उस दफ्तर की मर्जी होगी कि उन्हें किन्ने बजे तक खोलना है। ये 2 गल्लां मैं बड़ियां स्पष्ट कर दिना। दफ्तरां दे विच बैंक भी आउंदे ने, ਜਿਹੜੇ ਬੈਂਕ ਨੇ, ਕਿਉਂਕਿ ਪੁਰਾਣੇ ਆਰਡਰ ਸਾਰੇ ਨਿਰਸਤ ਹੋ ਗਏ। ਬੈਂਕ ਅੱਜ ਤੋਂ ਬਾਅਦ ਨਾਰਮਲ
ਆਪਦਾ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਮੁਤਾਬਕ ਖੁੱਲਣਗੇ। ਭਾਵ ਜੋ ਵੀ ਇਹਨਾਂ ਦਾ ਕੋਈ 10 ਤੋਂ 5 ਦਾ ਟਾਈਮ ਹੈਗਾ, ਜਿੰਨਾ ਪਬਲਿਕ ਆਰਜ਼ ਹੈਗੇ ਨੇ ਉਹ ਬੈਂਕ ਆਮ ਜਾਂ ਜਿਹੜੀਆਂ ਫਾਈਨੈਂਸ ਕੰਪਨੀਜ਼ ਹੈਗੀਆਂ ਨੇ ਉਹ ਵੀ ਆਮ ਵਾਂਗ ਖੁੱਲਣਗੀਆਂ, ਪਰ ਇਹ ਸੋਸ਼ਲ ਡਿਸਟੈਂਸਿੰਗ ਤੇ ਗੋਲੇ ਮਾਰਨ ਦਾ ਧਿਆਨ ਰੱਖਣਗੇ। ਦੂਜੀ, ਕਿਉਂਕਿ ਜਲੰਧਰ ਹੱਬ ਹੈਗਾ ਆਈਲਸ ਸੈਂਟਰਾਂ ਦਾ, ਤੇ ਜਿਹੜੇ ਬਾਹਰ ਬੱਚੇ ਜਾਂਦੇ ਨੇ ਉਹ ਸਾਡੇ ਟਰੈਵਲ ਏਜੰਟ ਹੈਗੇ ਨੇ, ਉਹ ਵੀ ਬੜੇ ਸਵਾਲ ਆ ਰਹੇ ਆ ਵੀ ਖੁੱਲ ਸਕਦੇ ਆ ਕਿ ਨਹੀਂ ਖੁੱਲ ਸਕਦੇ। ਇਹਨਾਂ ਦੇ ਜਿਹੜੇ ਬੈਕ ਐਂਡ ਦਫ਼ਤਰ ਹੈ, ਕੋਈ ਤਨਖਾਹ ਦੇਣ ਲਈ, ਕੋਈ ਹੋਰ ਵੀਜ਼ਾ ਪ੍ਰੋਸੈਸਿੰਗ ਲਈ, ਉਹ ਆਪਦੇ ਘੱਟ ਸਟਾਫ ਦੇ ਨਾਲ ਖੁੱਲ ਸਕਦੇ ਆ, ਪਰ ਉੱਥੇ ਸਟੂਡੈਂਟਸ ਨੂੰ ਬੁਲਾ ਕੇ ਕੋਈ ਕਲਾਸਾਂ ਲਾ ਕੇ ਕੋਈ ਆਈਲੈਟ ਦੀ ਕੋਚਿੰਗ ਦੇਣ ਤੇ ਮਨਾਹੀ ਹੈ। ਆਨਲਾਈਨ ਕੋਚਿੰਗ ਦਿੱਤੀ ਜਾ ਸਕਦੀ ਹੈ, ਜੇ ਕਿਸੇ ਨੇ ਉੱਥੇ ਕਲਾਸਾਂ ਲਾਈਆਂ ਤਾਂ ਉਹਦੇ ਤੇ ਕਾਰਵਾਈ ਹੋਏਗੀ। ਇਸ ਤੋਂ ਇਲਾਵਾ ਸਰਕਾਰ ਦੇ ਵੱਖ-ਵੱਖ ਡਿਪਾਰਟਮੈਂਟਾਂ ਵੱਲੋਂ ਐਡਵਾਈਜ਼ਰੀ ਜਾਰੀ ਹੋਈਆਂ ਨੇ, ਉਹ ਬੈਂਕਾਂ ਬਾਰੇ ਵੀ ਹੈਗੀ ਹੈ, ਦਫ਼ਤਰਾਂ ਬਾਰੇ ਵੀ ਹੈਗੀ ਹੈ, 에ਅਰ ਕੰਡੀਸ਼ਨਰਾਂ ਦੇ ਪ੍ਰਯੋਗ ਬਾਰੇ ਵੀ ਹੈਗੀ ਹੈ, ਇੰਡਸਟਰੀ ਵਾਲੇ ਵੀਰਾਂ ਨੂੰ ਵੀ ਐਡਵਾਈਜ਼ਰੀ ਹੋਈ ਵੀ ਹੈ, ਨਰੇਗਾ ਦੇ ਕੰਮ ਕਿੱਦਾਂ ਕਰਨੇ ਹੈ, ਸ਼ਾਪਸ ਜਿਹੜੀਆਂ ਦੁਕਾਨਾਂ ਨੇ ਉਹਨਾਂ ਤੇ ਕੰਮ ਕਿੱਦਾਂ ਕਰਨਾ ਹੈ, ਪੈਟਰੋਲ ਪੰਪ ਕਿੱਦਾਂ ਕਰਨੇ ਹੈ, ਸੀਨੀਅਰ ਸਿਟੀਜ਼ਨ ਨੇ ਆਪਦੀ ਸਿਹਤ ਦਾ ਕਿਵੇਂ ਧਿਆਨ ਰੱਖਣਾ ਹੈ, ਟਰਾਂਸਪੋਰਟ ਆਫ ਦ ਬੱਸਿਸ ਕਿਵੇਂ ਕਰਨਾ ਹੈ, ਫੂਡ ਦੀ ਸੇਫਟੀ ਕਿਵੇਂ ਕਰਨੀ ਹੈਗੀ ਹੈ, ਇੰਟਰਸਟੇਟ ਮੂਵਮੈਂਟ ਕਿਵੇਂ ਹੈ, ਹੋਟਲਸ ਵਗੈਰਾ ਜਿਹੜੇ ਕੁਆਰੰਟਾਈਨ ਲਈ NRI ਵੀਰਾਂ ਲਈ ਦਿੱਤੇ, ਸਾਰਾ ਕੁਝ ਇਨ ਪਾਲਣਾ ਯਕੀਨੀ ਬਣਾਉਣ ਦੀ ਜਿਹੜੀ ਹੈਗੀ ਹੈ ਆਮ ਨਾਗਰਿਕਾਂ ਦੀ ਜ਼ਿੰਮੇਵਾਰੀ ਹੋਏਗੀ। ਔਰ ਜੋ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਹ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਔਰ IPC ਦੀਆਂ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਤਹਿਤ ਬਣਦੀ ਕਾਰਵਾਈ ਹੈ ਜਿਹੜੀ ਕੀਤੀ ਜਾਵੇਗੀ। ਹੁਣ ਅਖੀਰ 'ਚ ਆ ਕੇ ਇਹ ਤਾਂ ਰਹਿ ਗਏ 4 ਪੰਨੇ। ਇਹ 4 ਪੰਨਿਆਂ ਦੇ ਨਾਲ ਹੀ ਕਰਫਿਊ ਲੱਗਿਆ ਸੀ, ਇਹ 4 ਪੰਨਿਆਂ ਦੇ ਨਾਲ ਹੀ ਕਰਫਿਊ ਹਟਿਆ। ਅੱਜ ਤੋਂ ਬਾਅਦ ਅਸੀਂ ਲਾਕਡਾਊਨ 'ਚ ਐਂਟਰ ਕਰ ਰਹੇ ਹਾਂ। ਹੁਣ ਜਲੰਧਰ ਵਾਸੀ 25 ਲੱਖ ਲੋਕ ਮੈਂ ਪਹਿਲੇ ਦਿਨ ਤੋਂ ਕਹਿੰਦਾ ਆਇਆ ਕਿ ਸਾਡਾ ਪਰਿਵਾਰ ਹੈ, ਮੈਂ ਉਹਨਾਂ ਦੇ ਨਾਲ 2 ਮਿੰਟ ਗੱਲਾਂ ਇਹ ਕਰਨੀਆਂ ਨੇ। ਦੇਖੋ, ਇਹ ਕਾਗਜ਼ ਹੈ, ਇਹ ਇੱਕ ਇੰਸਟੀਟਿਊਸ਼ਨ ਹੈ, DC ਦੀ ਹੈ, MHA ਦੀਆਂ ਹਦਾਇਤਾਂ ਮੁਤਾਬਕ ਮੈਂ ਸਾਈਨ ਕਰਤਾ, ਇਹ ਹੋ ਗਿਆ, ਕਰਫਿਊ ਲੱਗ ਗਿਆ, ਕਰਫਿਊ ਹਟ ਗਿਆ, ਅੱਜ ਲਾਕਡਾਊਨ ਦੀਆਂ ਹਦਾਇਤਾਂ ਆ ਗਈਆਂ। ਪਰੰਤੂ ਜਿਹੜੀ ਇਹ ਹਵਾ ਹੈਗੀ ਹੈ ਇਹ ਇੱਕ ਬਾਇਓਲੋਜੀਕਲ ਚੀਜ਼ ਹੈਗੀ ਹੈ, ਮਤਲਬ ਇੱਕ ਜਿਉਂਦੀ ਜਾਗਦੀ ਚੀਜ਼ ਹੈ। ਕਰੋਨਾ ਜਿਹੜਾ ਵਾਇਰਸ ਹੈ ਇਹ ਹਵਾ 'ਚ ਮੌਜੂਦ ਹੈ। ਕੁਝ ਕੈਰੀਅਰ ਇਹਦੇ ਆਪਣਾ ਸੁਭਾਅ ਹੈ ਕਿ ਪੰਜਾਬ ਤੇ ਇੰਡੀਆ ਦੇ ਵਿੱਚ ਉਹਨਾਂ 'ਚ ਲੱਛਣ ਘੱਟ ਆ ਰਹੇ ਆ, ਹਰ ਦੇਸ਼ 'ਚ ਇਹਦਾ ਬਿਹੇਵੀਅਰ ਅੱਡ ਹੈ। ਸੋ ਇਸ ਕਰਕੇ ਇਸ ਕਾਗਜ਼ ਦੇ ਸਾਈਨ ਹੋਣ ਨਾਲ ਆਪਾਂ ਇਹ ਨਹੀਂ ਸਮਝ ਲੈਣਾ ਕਿ ਖਤਰਾ ਹਟ ਗਿਆ। ਸਰਕਾਰ ਨੇ, ਕੋਈ ਸਰਕਾਰ ਇਹ ਨਹੀਂ ਚਾਹੁੰਦੀ ਕਿ ਉਹਦਾ GDP ਬੰਦ ਹੋਵੇ, ਉਦਯੋਗ ਬੰਦ ਹੋਣ, ਟੈਕਸ ਬੰਦ ਹੋਣ, ਲੋਕਾਂ ਦਾ ਅਰਥਚਾਰਾ ਬੰਦ ਹੋਵੇ, ਕਿਉਂਕਿ ਸਰਕਾਰਾਂ ਇਸੇ ਨਾਲ ਹੀ ਚੱਲਦੀਆਂ ਨੇ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, PM ਸਾਹਿਬ ਨੇ ਡੇ 1 ਤੋਂ ਤੁਹਾਨੂੰ ਸਮਝਾਇਆ। ਇਹ ਹਿਸਟੋਰਿਕ ਹੈ ਕਿ ਕਿਸੇ DC ਦੇ ਆਰਡਰ ਨਾਲ 56 ਦਿਨ ਤੱਕ ਕਰਫਿਊ ਲੱਗਿਆ ਰਿਹਾ ਹੋਵੇ ਲਗਾਤਾਰਤਾ 'ਚ। ਹੁਣ ਇਹ 56 ਦਿਨਾਂ 'ਚ ਮੈਨੂੰ ਯਾਦ ਹੈ 15-16 ਮਾਰਚ ਤੱਕ ਸਾਡੇ ਆਫੀਸਰ ਜਦੋਂ ਆਉਂਦੇ ਅਸੀਂ ਹੱਥ ਮਿਲਾਉਂਦੇ ਹੋਏ ਇਹ ਸਮਝਦੇ ਕਿ ਹੱਥ ਨਾ ਮਿਲਾਉਣਾ। ਕਈ ਵਾਰੀ ਹੱਸੀ ਵੀ ਆ ਜਾਂਦੀ ਕਿ ਵਾਕਈ ਆਪਾਂ ਹੱਥ ਮਿਲਾਉਣਾ ਕਿ ਨਹੀਂ ਮਿਲਾਉਣਾ, ਪਰ ਇਹ ਹੁਣ ਸਾਡੇ ਜ਼ਿਹਨ 'ਚ ਬਹਿ ਗਿਆ ਕਿ ਹੱਥ ਨਹੀਂ ਮਿਲਾਉਣਾ, ਆਪਸ 'ਚ ਦੂਰੀ ਰੱਖਣੀ ਆ। ਦੇਖੋ ਤੁਸੀਂ ਹੁਣ ਮੈਂ ਸੰਬੋਧਨ ਕਰਦੇ ਹੋਏ ਵੀ ਆ ਮਾਸਕ ਲਾਈ ਬੈਠਾ ਹੈਗਾ। ਸੋ ਤੁਸੀਂ ਦੇਖੋ ਇਹ ਚੀਜ਼ਾਂ ਦਾ ਪਾਲਣ ਕਰਨਾ ਹੈ। ਇਹ ਜਿਹੜਾ ਹਦਾਇਤਾਂ ਜ਼ਰੂਰ ਚੇਂਜ ਹੋ ਗਈਆਂ ਪਰ ਵਾਇਰਸ ਦਾ ਖਤਰਾ ਉਨਾ ਹੀ ਖੜਿਆ ਹੈ। ਤੁਸੀਂ ਵਿਦੇਸ਼ਾਂ ਦੀ ਐਗਜ਼ਾਮਪਲ ਦੇਖ ਲਈ, ਅਮਰੀਕਾ ਦੀ ਦੇਖ ਲਈ, ਫਰਾਂਸ ਦੀ ਦੇਖ ਲਈ, ਇਟਲੀ ਦੀ ਦੇਖ ਲਈ, UK ਦੀ ਦੇਖ ਲਈ, ਚਾਈਨਾ ਦੀ ਦੇਖ ਲਈ। ਹੁਣ ਆਪਣੇ ਹਿੰਦੁਸਤਾਨ ਦੇ ਵਿੱਚ ਆ ਜਾਓ, ਸਭ ਤੋਂ ਅਮੀਰ ਸ਼ਹਿਰ ਸੂਰਤ ਦੇਖ ਲਓ, ਅਹਿਮਦਾਬਾਦ ਦੇਖ ਲਓ, ਇੰਦੌਰ ਦੇਖ ਲਓ, ਬੰਬੇ ਦੇਖ ਲਓ, ਚੇਨਈ ਦੇਖ ਲਓ। ਇਹਨਾਂ ਸ਼ਹਿਰਾਂ ਦਾ ਕੀ ਹਾਲ ਹੋਇਆ ਰੋਜ਼ ਤੁਸੀਂ TV ਤੇ ਦੇਖਦੇ ਹੋ। ਆਪਾਂ ਜਲੰਧਰ ਦੇ ਵਿੱਚ ਭਾਵੇਂ ਕਿ ਸ਼ੁਰੂ 'ਚ ਗ੍ਰਾਫ ਬੜੀ ਤੇਜ਼ੀ ਨਾਲ ਵਧਿਆ, ਪਰ ਆਪਾਂ ਧੰਮਲ ਦੇ ਨਾਲ ਇਹਨੂੰ ਬੜਾ ਕੰਟਰੋਲ 'ਚ ਲੈ ਕੇ ਆਏ ਆ। ਆਪਾਂ ਆਪਣਾ ਅਰਥਚਾਰਾ ਚਲਾਉਣਾ ਹੈ। ਤੁਹਾਡੀਆਂ ਦੁਕਾਨਾਂ ਵੀ ਚੱਲਣੀਆਂ ਚਾਹੀਦੀਆਂ, ਫੈਕਟਰੀਆਂ ਦੀਆਂ ਚਿਮਨੀਆਂ 'ਚੋਂ ਵੀ ਧੂੰਆਂ ਨਿਕਲਣਾ ਚਾਹੀਦਾ, ਮਜ਼ਦੂਰਾਂ ਨੂੰ ਵੀ ਰੁਜ਼ਗਾਰ ਮਿਲਣਾ ਚਾਹੀਦਾ, ਬਟ ਐਟ ਦਾ ਸੇਮ ਟਾਈਮ ਆਪਾਂ ਅਵਿਸਲੇ ਨਹੀਂ ਹੋਣਾ। ਸਰਕਾਰ ਜਿਹੜੀ ਹੈਗੀ ਹੈ ਹਰ ਬੰਦੇ ਦੇ ਸਿਰ ਤੇ ਡੰਡਾ ਲੈ ਕੇ ਨਹੀਂ ਖੜਾ ਹੋ ਸਕਦੀ। 56 ਦਿਨ ਸਰਕਾਰ ਡੰਡਾ ਲੈ ਕੇ ਖੜੀ ਹੋਈ ਤਾਂ ਦੇਖੋ ਤੁਸੀਂ ਆਪ ਹੀ ਕਹਿਣ ਲੱਗੇ ਵੀ ਅੱਜ ਕਰੋਕਰੀ ਖੋਲ ਦਿਓ ਜੀ, ਅੱਜ ਕੱਪੜੇ ਖੋਲ ਦਿਓ ਜੀ, ਅੱਜ ਬੂਟ ਖੋਲ ਦਿਓ। ਜੈਨੂਇਨਲੀ ਸੋ, ਕਿਉਂਕਿ ਇਹ ਚੀਜ਼ਾਂ ਦੀ ਲੋੜ ਹੈ, ਸਾਰਿਆਂ ਨੂੰ ਰੁਜ਼ਗਾਰ ਦੀ ਵੀ ਲੋੜ ਹੈ। ਪਰ ਅੱਜ ਤੋਂ ਜਿਹੜੀ ਬਾਗਡੋਰ ਹੈਗੀ ਉਹ ਤੁਹਾਡੇ ਹੱਥ ਹੈ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ, ਸਿਹਤ ਮੰਤਰਾਲੇ ਨੇ, PM ਸਾਹਿਬ ਨੇ, ਸਾਰਿਆਂ ਨੇ ਕੁੱਟ ਕੇ ਇਹ ਗੱਲ ਤੁਹਾਡੇ ਜ਼ਿਹਨ 'ਚ ਭਰ ਦਿੱਤੀ ਹੈਗੀ ਹੈ ਕਿ ਵੀ ਆਪਾਂ ਇਸ ਚੀਜ਼ ਦਾ ਨਿਰਵਾਹਨ ਕਰਨਾ, ਆਪਣਾ ਧਿਆਨ ਆਪ ਰੱਖਣਾ ਹੈ। ਹੁਣ ਇਹ ਡੋਰ ਤੁਹਾਡੇ ਹੱਥ ਹੈਗੀ ਹੈ। ਮੈਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਇੱਕ ਲੇਖ ਯਾਦ ਆਉਂਦਾ ਹੈ। ਉਹ ਇਹ ਕਹਿੰਦੇ ਆ ਵੀ ਜਾਨ ਬੰਦੇ ਨੂੰ ਐਡੀ ਪਿਆਰੀ ਹੁੰਦੀ ਹੈ ਵੀ ਜਦੋਂ ਇੱਕ ਕੀੜੀ ਦੀ ਜੂਨ ਆਪਾਂ ਕੀ ਸਮਝਦੇ ਆ ਵੀ ਕੀ ਕੀੜੀ ਦੀ ਜੂਨ ਹੋਊਗੀ, ਛੋਟੀ ਜਿਹੀ ਹੁੰਦੀ ਹੈ। ਜਦੋਂ ਤੁਸੀਂ ਘਰੇ ਕਦੇ ਮਾਰਨ ਦੀ ਕੋਸ਼ਿਸ਼ ਕਰੋ, ਜਦੋਂ ਤੁਸੀਂ ਕੀੜੀ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੋ ਭੱਜ ਦੌੜ ਕਰਦੀ ਹੈ। ਕੋਈ ਕੀੜੇ ਨੂੰ ਤੁਸੀਂ ਮਾਰਨ ਦੀ ਕੋਸ਼ਿਸ਼ ਕਰਦੇ ਹੋ ਭੱਜ ਦੌੜ ਕਰਦਾ। ਆਪਣਾ ਮਨੁੱਖੀ ਜੀਵਨ ਹੈ, ਬੜਾ ਕੀਮਤੀ ਜੀਵਨ ਹੈ, ਬੜੀ ਘਾਲਣਾ ਨਾਲ ਹੀ ਮਿਲਦਾ ਹੈਗਾ।
ਕੋਈ ਬੰਦਾ ਇਹ ਨਹੀਂ ਚਾਹੁੰਦਾ ਕਿ ਮੇਰੀ ਜਾਨ ਜਾਵੇ। ਇਹ ਜਿਹੜਾ ਦੁਸ਼ਮਣ ਹੈਗਾ, ਜਿਵੇਂ ਪਲੇਗ ਫੈਲਦੀ ਸੀ, ਪਹਿਲਾਂ ਹੋਰ ਬਿਮਾਰੀਆਂ ਫੈਲਦੀਆਂ ਸੀ, ਇਹ ਬਾਹਰ ਹਵਾ 'ਚ ਤੁਰਿਆ ਫਿਰਦਾ ਹੈ। ਇਹ ਇੱਕ ਤਰ੍ਹਾਂ ਦਾ ਜ਼ੁਕਾਮ ਹੈ। ਜ਼ੁਕਾਮ ਤੁਹਾਨੂੰ ਹਰ ਸਾਲ ਹੁੰਦਾ ਹੈ। ਇਹ ਉੱਦਾਂ ਦਾ ਹੀ ਇੱਕ ਵਾਇਰਸ ਹੈ, ਥੋੜ੍ਹਾ ਜਿਹਾ ਸੀਰੀਅਸ ਕਿਸਮ ਦਾ ਜ਼ੁਕਾਮ ਹੈਗਾ। ਇਹ ਆਉਣ ਵਾਲੇ ਸਮੇਂ 'ਚ ਵੀ ਸਾਡੇ ਨਾਲ ਰਹੂਗਾ। ਰਿਸਰਚ ਜਾਰੀ ਹੈ, ਮੈਂ ਕੋਈ ਸਾਇੰਟਿਸਟ ਨਹੀਂ ਹੈਗਾ। ਸਾਇੰਟਿਸਟ ਸਾਡੇ ਇਸ ਖੋਜ ਤੇ ਲੱਗੇ ਹੋਏ ਨੇ। ਇਹ ਹੁਣ ਪਤਾ ਨਹੀਂ ਵੀ ਇਹਦੀ ਜਿਹੜਾ ਇਲਾਜ ਕਦੋਂ ਤੱਕ ਆਉਂਦਾ ਹੈ। ਹੁਣ ਤੁਸੀਂ ਦੇਖੋ, ਪੋਲੀਓ ਦਾ ਵਾਇਰਸ ਹੈ, ਉਹ ਸਦੀਆਂ ਤੱਕ ਰਿਹਾ। ਕਿੰਨੇ ਲੋਕ ਉਸ ਗੱਲ ਕਰਕੇ ਵਿਕਲਾਂਗ ਹੋ ਗਏ, ਕਿੰਨੇ ਲੋਕ ਦਿਵਿਆਂਗ ਬਣ ਗਏ ਉਸ ਕਰਕੇ। ਬੜੀ ਘਾਲਣਾ ਨਾਲ ਅਸੀਂ ਜਿਹੜਾ ਉਹਦੀ 2 ਬੂੰਦਾਂ ਆਈਆਂ ਪਿਛਲੇ 24-25 ਸਾਲ ਤੋਂ ਉੱਪਰ ਲੱਗੇ ਆ, ਹੁਣ ਜਾ ਕੇ ਕਿਤੇ ਆਪਾਂ ਵਾਇਰਸ ਫ੍ਰੀ ਹੋਏ ਹੈਗੇ ਆ। ਸੋ ਇੱਕ ਲੰਬੀ ਘਾਲਣਾ ਹੈਗੀ ਹੈ। ਹੁਣ ਹਰ ਘਰ ਨੂੰ ਆਪਣੀ ਲਛਮਣ ਰੇਖਾ ਆਪਣੀ ਖੁਦ ਦੀ ਖਿੱਚਣੀ ਪੈਣੀ ਹੈ। ਅਨਨੈਸੈਸਰੀਲੀ ਬਾਹਰ ਨਹੀਂ ਘੁੰਮਣਾ, ਔਰ ਇਸ ਗੱਲ 'ਚ ਕੋਈ ਸ਼ਾਨੋ ਸ਼ੌਕਤ ਨਹੀਂ ਸਮਝਣੀ। ਮੈਂ ਲੋਕਾਂ ਦੀਆਂ ਵੀਡੀਓਜ਼ ਦੇਖਦਾ, ਮੈਨੂੰ ਤਾਂ ਪਰਿਵਾਰ ਨਾਲ ਕਿਸੇ ਅਫਸਰ ਨੂੰ ਹੀ ਨਹੀਂ ਮਿਲਿਆ ਹੋਣਾ, ਸਾਰੇ ਹੀ ਰੁੱਝੇ ਹੋਏ ਸੀਗੇ। ਲੋਕ ਇਹ ਕਹਿ ਰਹੇ ਵੀ ਅਸੀਂ ਅੰਦਰ ਬੈਠੇ ਉਕਤਾ ਗਏ। ਤੁਸੀਂ ਕਿਸਮਤ ਵਾਲੇ ਹੋ ਕਿ ਤੁਹਾਨੂੰ ਆਪਦੇ ਪਰਿਵਾਰ ਨਾਲ ਸਮਾਂ ਮਿਲ ਰਿਹਾ, ਆਪਦੇ ਬੱਚਿਆਂ ਨੂੰ ਸਾਂਭੋ। ਸਰਕਾਰ ਨੇ ਬੜਾ ਸੋਚ ਸਮਝ ਕੇ ਅਗਲੇ ਹੁਕਮਾਂ ਤੱਕ ਜਿਹੜੇ ਸਕੂਲ ਕਾਲਜ ਜਿਹੜੇ ਆ ਬੰਦ ਕੀਤੇ ਆ, ਕਿਉਂਕਿ ਬੱਚਿਆਂ ਦੀ ਇਮਿਊਨਿਟੀ ਘੱਟ ਹੁੰਦੀ ਹੈ। ਤੁਸੀਂ ਇਹ ਸਾਰੀਆਂ ਗੱਲਾਂ ਆਪਣੇ ਲੜ ਬੰਨ੍ਹ ਲੈਣੀਆਂ ਨੇ। ਕੋਈ ਜ਼ਰੂਰੀ ਤੁਹਾਨੂੰ ਚੀਜ਼ ਲੋੜ ਹੈਗੀ ਹੈ, ਬਾਹਰ ਆਓ, ਖਰੀਦੋ, ਜ਼ਰੂਰ ਕਰੋ। ਗਰਮੀ ਦੇ ਮਹੀਨੇ 'ਚ ਵੈਸੇ ਵੀ ਆਪਾਂ ਕਹਿੰਦੇ ਹਾਂ ਵੀ ਲੂ ਲੱਗਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨਿਰਵਾਣ ਆਪ ਕਰਨਾ ਹੈਗਾ। ਅੱਜ ਤੋਂ ਬਾਅਦ ਇਹ ਡੋਰ ਤੁਹਾਡੇ ਹਵਾਲੇ ਹੈਗੀ ਹੈ। ਅੱਛਾ, ਦੂਜੀ ਗੱਲ, ਬਹੁਤ ਲੋਕ ਟੀਵੀ ਤੇ सेंसेशन ਆਉਂਦੀ है 208 केस जलंधर में पॉजिटिव, 5 और कोरोना के हुए। मैं ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ 208 केस ਆਏ ਜ਼ਰੂਰ ਸੀ, ਬਟ ਅੱਜ ਦੀ ਡੇਟ 'ਚ ਜਿਹੜੇ ਐਕਟਿਵ ਕੇਸ ਨੇ ਉਹ 47 ਕੇਸ ਨੇ। 47 ਕੇਸ ਹੀ ਸਿਰਫ ਸਿਵਲ ਹਸਪੀਟਲ 'ਚ ਅੱਜ ਦੀ ਡੇਟ 'ਚ ਦਾਖਲ ਨੇ। ਬਾਕੀ ਸਾਰੇ ਬੰਦੇ ਰਾਜੀ ਬਾਜੀ ਹੋ ਕੇ ਆਪਦੇ ਘਰਾਂ ਨੂੰ ਚਲੇ ਗਏ ਆ। ਨੰਦੇੜ ਸਾਹਿਬ ਤੋਂ 26 ਯਾਤਰੀ ਆਏ ਸੀ, ਉਹ ਰਾਜੀ ਬਾਜੀ ਘਰਾਂ ਨੂੰ ਚਲੇ ਗਏ। 7 ਬੱਚੇ ਕੋਟੇ ਤੋਂ ਆਏ ਸੀਗੇ, ਉਹ ਰਾਜੀ ਬਾਜੀ ਹੋ ਕੇ ਘਰਾਂ ਨੂੰ ਚਲੇ ਗਏ। 18 ਬੰਦੇ ਮਜਨੂ ਕੇ ਟਿੱਲੇ ਤੋਂ ਆਏ ਸੀ, ਉਹ ਰਾਜੀ ਬਾਜੀ ਹੋ ਕੇ ਚਲੇ ਗਏ। ਹੋਰ ਉਸ ਤੋਂ ਇਲਾਵਾ 40-50 ਮਜ਼ਦੂਰ ਹੋਰ ਜਗ੍ਹਾ ਤੋਂ, ਜੈਸਲਮੇਰ ਤੋਂ, ਹੋਰ ਥਾਵਾਂ ਤੋਂ ਆਏ ਸੀ, ਸਾਰੇ ਚਲੇ ਗਏ। ਕੋਈ ਆਪਦੇ ਮਨ 'ਚ ਨੈਗੇਟਿਵਿਟੀ ਨਾ ਰੱਖੋ। ਆਪਣਾ ਜਲੰਧਰ 'ਚ ਆਪਾਂ ਇਹਨੂੰ ਬਹੁਤ ਹੱਦ ਤੱਕ ਤੁਹਾਡੇ ਸਹਿਯੋਗ ਨਾਲ ਕਾਬੂ ਕਰਨ 'ਚ ਕਾਮਯਾਬ ਹੋਏ ਆ। 5500 ਤੋਂ ਵੱਧ ਟੈਸਟ ਕੀਤੇ ਤਾਂ ਜਾ ਕੇ ਆਪਾਂ ਨੂੰ ਇਹ 208 ਕੇਸ ਮਿਲੇ ਸੀਗੇ। 208 ਚੋਂ ਸਿਰਫ 47 ਐਕਟਿਵ ਕੇਸ ਅੱਜ ਦੀ ਡੇਟ 'ਚ ਸਿਵਲ ਹਸਪਤਾਲ 'ਚ ਹੈਗੇ ਆ, ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ ਵੀ ਬਿਲਕੁਲ ਠੀਕ ਠਾਕ ਹੋ ਜਾਣਗੇ। ਜਿੱਥੋਂ ਤੱਕ ਸਿਹਤ ਮਹਿਕਮੇ ਦੀ ਤਿਆਰੀ ਹੈ ਉਹ ਸਿਵਲ ਸਰਜਨ ਸਾਹਿਬ ਤੁਹਾਨੂੰ ਦੱਸਣਗੇ, ਪਰ 340 ਬੈੱਡ ਸਿਵਲ ਹਸਪਤਾਲ ਦੇ ਵਿੱਚ, 500 ਬੈੱਡ ਜਿਹੜੇ ਹੈਗੇ ਆ ਉਹ ਆਪਣਾ ਮੈਰੀਟੋਰੀਅਸ ਦੇ ਵਿੱਚ, ਔਰ ਇਸ ਤੋਂ ਇਲਾਵਾ NIC ਵਗੈਰਾ 'ਚ ਆਪਣੀ ਤਿਆਰੀ ਹੈ। ਪਰ ਆਪਾਂ ਇਸ ਤਰ੍ਹਾਂ ਦੀ NIT 'ਚ ਸੌਰੀ, ਪਰ ਆਪਾਂ ਇਸ ਤਰ੍ਹਾਂ ਦੀ ਯਾਨੀ ਕਿ ਗੱਲਬਾਤ ਕਰਨੀ ਹੈਗੀ ਹੈ ਕਿ ਇਹ ਬੈੱਡ ਖਾਲੀ ਰਹਿ ਜਾਣ। ਪ੍ਰਮਾਤਮਾ ਨਾ ਕਰੇ ਕਦੇ ਵੀ ਕੋਈ ਇਹਨਾਂ ਬੈੱਡਾਂ 'ਤੇ ਜਾਵੇ। ਅਜੇ ਆਪਾਂ ਨੂੰ ਪਤਾ ਨਹੀਂ ਕਿ ਇਹਦਾ ਵਰਸਟ ਆਉਣਾ ਹੈ ਕਿ ਵਰਸਟ ਲੰਘ ਗਿਆ। ਇੱਕ ਹਨੇਰੀ ਗੁਫਾ ਹੈ, ਔਰ ਹਨੇਰੀ ਗੁਫਾ 'ਚ ਆਪਾਂ ਤਾਂ ਹੀ ਬਚਾਂਗੇ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖੋ। ਦੂਜੀ ਗੱਲ ਇਹ ਹੈਗੀ ਹੈ ਵੀ ਬਹੁਤ ਬੰਦਿਆਂ ਨੂੰ ਇਹ ਹੈਗਾ ਕਿ ਵੀ ਇਹ ਕਿੰਨੇ ਕੁ ਦਿਨ ਇਦਾਂ ਦਾ ਮਾਹੌਲ ਚੱਲੂਗਾ। ਜਿਵੇਂ ਮੈਂ ਪਹਿਲਾਂ ਦੱਸਿਆ, ਆਪਾਂ ਸਾਰਿਆਂ ਨੂੰ ਇਸ ਲੰਬੀ ਘਾਲਣਾ ਲਈ ਤਿਆਰ ਹੋ ਕੇ ਰਹਿਣਾ ਪੈਣਾ। ਇਹ ਸਾਰਿਆਂ ਦੇ ਆਪਣੇ ਸਹਿਯੋਗ ਤੋਂ ਬਗੈਰ ਕੋਈ ਬੰਦਾ ਜੇ ਇਹ ਕਹੇ ਵੀ ਇਕੱਲਾ ਪ੍ਰਸ਼ਾਸਨ ਇਹਨੂੰ ਰੋਕ ਲੂਗਾ, ਇਕੱਲੀ ਸਰਕਾਰ ਰੋਕ ਲੂਗੀ, ਸਰਕਾਰ ਦੇ ਜਿਹੜੇ ਇੰਤਜ਼ਾਮਾਤ ਨੇ, PPE ਕਿੱਟਾਂ ਸਾਡੇ ਕੋਲ ਪੂਰੀਆਂ ਆ ਗਈਆਂ। ਸੈਨੀਟਾਈਜ਼ਰ ਜਦੋਂ ਆਪਾਂ ਸ਼ੁਰੂ ਕੀਤਾ, ਲੋਕ ਮੈਨੂੰ ਖਬਰਾਂ ਪਾਉਂਦੇ ਸੀ ਵੀ ਬਲੈਕ ਹੋ ਰਹੀ ਹੈ। ਅੱਜ ਕੋਈ ਖਬਰ ਨਹੀਂ ਆਉਂਦੀ। ਲੋਕ ਕਹਿੰਦੇ ਸੀ ਜੀ ਸਾਨੂੰ ਮਾਸਕ ਨਹੀਂ ਮਿਲ ਰਹੇ, ਉਹ ਕੋਈ ਗੱਲ ਨਹੀਂ ਆ ਰਹੀ। ਮੈਂ ਕੈਮਿਸਟ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਇਨੀਸ਼ੀਅਲ ਟੀਥਿੰਗ ਟਰਬਲਸ ਤੋਂ ਬਾਅਦ ਸਾਡੇ ਨਾਲ ਪੂਰਾ ਸਹਿਯੋਗ ਕੀਤਾ। ਕੋਈ ਤੁਸੀਂ ਦੱਸੋ ਕੋਈ ਕਮੀ ਆਈ? ਕੋਈ ਕਮੀ ਨਹੀਂ ਆਈ। ਅੱਜ ਬਾਜ਼ਾਰ 'ਚ ਸਾਰੀਆਂ ਚੀਜ਼ਾਂ ਅਵੇਲੇਬਲ ਹੈਗੀਆਂ ਨੇ, ਔਰ ਵੀ ਆਰ ਬੈਟਰ ਪ੍ਰੀਪੇਅਰਡ। ਸਾਡੇ ਕੋਲ ਹਸਪਤਾਲ ਵੀ ਬੈਟਰ ਤਿਆਰ ਨੇ, ਪਰ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਇਹ ਹਸਪਤਾਲ ਭਰਨੇ ਆ। ਹੁਣ ਇਹ ਸਾਰੀ ਡੋਰ ਮੈਂ ਚੌਥੀ ਪੰਜਵੀਂ ਵਾਰੀ ਇਹ ਰਿਪੀਟ ਕਰ ਰਿਹਾ, ਤੁਹਾਡੇ ਹੱਥ ਹੈ। ਰਹੀ ਕਿਸਾਨ ਵੀਰਾਂ ਦੀ ਗੱਲ, 5 ਲੱਖ ਤੋਂ ਉੱਤੇ ਮੀਟ੍ਰਿਕ ਟਨ, 5.5 ਲੱਖ ਮੀਟ੍ਰਿਕ ਟਨ ਸਾਰੀ ਕਣਕ ਹੈ। ਬਿਲਕੁਲ ਇੱਕ ਰਵੇ ਜਿੰਨੀ ਵੀ ਪ੍ਰੋਬਲਮ ਨਹੀਂ ਆਉਣ ਦਿੱਤੀ ਸਰਕਾਰ ਨੇ, ਉਹ ਵੀ ਖਰੀਦੀ। ਕੋਈ ਸਬਜ਼ੀ ਵਾਲੇ ਨੂੰ ਕੋਈ ਪ੍ਰੋਬਲਮ ਨਹੀਂ ਆਈ। ਅੱਜ ਤੋਂ ਬਾਅਦ ਮੈਂ ਕੋਈ ਸਬਜ਼ੀ ਦੇ ਰੇਟ ਨਹੀਂ ਕੱਢਣੇ, ਉਹ ਕਰਫਿਊ ਸੀਗਾ ਤਾਂ ਕੱਢ ਰਿਹਾ ਸੀਗਾ। ਹੁਣ ਕਿਉਂਕਿ ਹਰ ਚੀਜ਼ ਖੁੱਲੀ ਹੈਗੀ ਹੈ, ਪਰ ਉਸ 'ਚ ਤੁਸੀਂ ਬਚਾਅ ਕਿੱਦਾਂ ਕਰਨਾ ਹੈ? ਸਬਜ਼ੀ ਨੂੰ ਪਹਿਲਾਂ ਧਰਨਾ ਹੈ, ਸੈਨੀਟਾਈਜ਼ ਕਰਨਾ ਹੈ, 24 ਘੰਟਿਆਂ ਬਾਅਦ ਵਰਤਣਾ ਹੈ। ਬੱਚਿਆਂ ਨੂੰ ਜੋ ਕਿਤਾਬ ਦੇਣੀ ਹੈ ਉਹ 24 ਘੰਟਿਆਂ ਬਾਅਦ ਦੇਣੀ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਦਵਾਈਆਂ ਸਾਰੀਆਂ ਅਵੇਲੇਬਲ ਨੇ। ਕੋਈ ਤੁਸੀਂ ਇਹ ਦੱਸੋ ਵੀ ਤੁਹਾਨੂੰ ਕੋਈ ਚੀਨੀ, ਚੌਲ, ਕੋਈ ਕਮੀ ਕਦੇ ਆਈ ਹੋਵੇ? ਸਾਰੀਆਂ ਚੀਜ਼ਾਂ ਅਸੀਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ, ਔਰ ਇਹ ਸਾਰਾ ਚਲਾਉਣ ਲਈ ਦਾਲਾਂ ਕਿੱਥੋਂ ਆਉਣੀਆਂ, ਚੀਨੀ ਕਿੱਥੋਂ ਆਉਣੀ ਹੈ, ਦੁੱਧ ਕਿੱਥੋਂ ਆਉਣੀ ਹੈ, ਬਹੁਤ ਸਾਰੀ ਪਲੈਨਿੰਗ ਔਰ એનર્ਜੀ ਲੱਗੀ ਹੈ। ਔਰ ਮੈਂ ਸ਼ਾਬਾਸ਼ ਦਿੰਦਾ ਪੁਲਿਸ ਅਫਸਰਾਂ ਦੀ ਉਸ ਟੀਮ ਨੂੰ, ਔਰ ਸਿਵਲ ਅਫਸਰਾਂ ਦੀ ਉਸ ਟੀਮ ਨੂੰ, ਜਿਹਨੇ ਸਾਰਾ ਕੁਝ ਕਾਮਯਾਬੀ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਨੇਪਰੇ ਚਾੜਿਆ ਹੈਗਾ।
ਔਰ ਹੁਣ ਆਪਾਂ ਅੱਗੇ ਵੀ ਇਸੇ ਤਰ੍ਹਾਂ ਹੀ ਰਹਿਣਾ। ਇੱਕ ਲਾਸਟ ਗੱਲ ਜਿਹੜੀ ਮੈਂ ਦੱਸਣਾ ਚਾਹੁੰਦਾ, ਬਹੁਤ ਸਾਰੇ ਇੰਡਸਟਰੀਲਿਸਟ ਵੀਰਾਂ ਦੇ ਮਨ 'ਚ ਇਹ ਤੌਖਲਾ ਸੀ ਕਿ ਪੰਜਾਬ ਸਰਕਾਰ ਨੇ ਟ੍ਰੇਨਾਂ ਚਲਾ ਕੇ ਕਿ ਪ੍ਰਵਾਸੀ ਮਜ਼ਦੂਰ ਕਿਉਂ ਜਾ ਰਹੇ ਹੈ। ਜਲੰਧਰ ਜ਼ਿਲ੍ਹੇ ਨੇ ਉੱਚ ਪਹਿਲ ਲੈ ਕੇ 50 ਟ੍ਰੇਨਾਂ ਗਈਆਂ, ਹੁਣ ਤੱਕ 60,000 ਮਜ਼ਦੂਰ ਗਿਆ, ਜਦਕਿ 2.5 ਲੱਖ ਮਜ਼ਦੂਰ ਹੈ। 2.5 ਲੱਖ 'ਚੋਂ 60,000 ਕੀ ਹੁੰਦਾ ਹੈਗਾ? ਇਹ 25% ਵੀ ਨਹੀਂ ਬਣਦਾ ਹੈਗਾ, 25% ਵੀ ਨਹੀਂ ਬਣਦਾ, 25 ਤੋਂ ਵੀ ਥੋੜਾ ਜਿਹਾ 22-23% ਹੀ ਬਣਦਾ ਹੈਗਾ। ਤੁਸੀਂ ਇਹ ਦੇਖੋ, ਇਹਦੇ ਦੋ ਫਰਕ ਹੋਏ। ਜਦੋਂ ਵੀ ਤੁਸੀਂ ਕਿਸੇ ਮਹਾਮਾਰੀ ਦਾ ਰਿਕਾਰਡ ਚੱਕ ਕੇ ਦੇਖ ਲਓ, ਜਿਹੜੇ ਸਰਵੈਂਟ ਕੁਆਟਰਸ ਹੁੰਦੇ ਨੇ, ਜਿੱਥੇ ਲੇਬਰ ਰਹਿੰਦੀ ਹੈ, ਕਿਉਂਕਿ ਉਹ ਵਿਚਾਰੇ ਬੜੇ ਭੀੜੀ ਥਾਂ 'ਚ ਰਹਿੰਦੇ ਆ, ਇੱਕ ਕਮਰੇ 'ਚ 10-10 ਬੰਦੇ ਰਹਿੰਦੇ ਆ, ਔਰ ਜਦੋਂ ਇੱਕ ਵਾਰੀ ਉੱਤੇ ਫੈਲ ਜੇ ਤਾਂ ਉਹਦੇ ਨਾਲ ਜਿਹੜੇ ਬਾਕੀ ਲੋਕ ਹੁੰਦੇ ਆ ਉਹ ਵੀ ਸੁਰੱਖਿਅਤ ਨਹੀਂ ਹੁੰਦੇ। ਤੁਸੀਂ ਇਹ ਦੇਖੋ ਵੀ ਉਹਨਾਂ ਦੀ ਜਾਨ ਦੇ ਨਾਲ, ਭੀੜ ਦੇ ਨਾਲ ਬਾਕੀ ਸ਼ਹਿਰ ਵੀ ਜਿਹੜਾ ਹੈਗਾ ਉਹ ਸੁਰੱਖਿਅਤ ਹੋਇਆ ਹੈਗਾ। ਦੂਜੀ ਗੱਲ, ਜਿਹੜੀ ਲੇਬਰ ਮਾਰਕੀਟ ਹੈ, ਕਿਉਂਕਿ ਵੈਸਟਰਨ ਮਾਰਕੀਟਸ ਦੇ ਵਿੱਚ ਲੇਬਰ ਦੀ ਕਮੀ ਸਮਝ ਲਓ, ਜਾਂ ਉੱਥੇ ਡਿਮਾਂਡ ਦੀ ਕਮੀ ਸਮਝ ਲਓ, ਜੇ ਪ੍ਰੋਡਕਸ਼ਨ ਯੂਨਿਟ ਵੀ ਆਪਣੇ 100% ਤੇ ਨਹੀਂ ਚੱਲ ਰਹੇ, ਲੇਬਰ ਦੀ ਘੱਟ ਡਿਮਾਂਡ ਸੀਗੀ, ਘੱਟ ਲੇਬਰ ਆਪਣੇ ਕੋਲ ਰਹੇਗੀ, ਜਿੰਨੀ ਰਹੇਗੀ ਉਹ ਆਪਟੀਮਮ ਹੈ। ਹੁਣ ਜਿਹੜੀ ਰਹੂਗੀ ਉਹਨੂੰ ਰੁਜ਼ਗਾਰ ਵੀ ਮਿਲੂਗਾ, ਉਹ ਕਿਸੇ ਮੂਰੇ ਹੱਥ ਵੀ ਨਹੀਂ ਅੱਡੂਗੀ, ਇੰਡਸਟਰੀਲਿਸਟ ਦਾ ਵੀ ਕੰਮ ਚੱਲੂਗਾ, ਐਟ ਦਾ ਸੇਮ ਟਾਈਮ ਜਿਹੜੇ ਬੰਦੇ ਰਹਿਣਗੇ ਉਹਨਾਂ ਨੂੰ 4 ਪੈਸੇ ਵੀ ਮਿਲਣਗੇ, ਔਰ ਉਹਦੇ ਨਾਲ ਇੱਕ ਤਵਾਜ਼ਨ ਬਣਿਆ ਰਹੂਗਾ। ਤੁਸੀਂ ਇਹ ਦੇਖੋ ਵੀ ਜੇ ਤਵਾਜ਼ਨ ਨਾ ਬਣਾਇਆ ਜਾਂਦਾ, ਇਹ 60,000 ਵਿਹਲੇ ਬੰਦਿਆਂ ਨੂੰ ਅਸੀਂ ਬਿਠਾ ਕੇ ਰੱਖਦੇ, ਕੀ ਗਾਰੰਟੀ ਸੀ ਕਿ ਇਹ ਸੜਕਾਂ ਤੇ ਨਾ ਆਉਂਦੇ? ਜੋ ਸੂਰਤ 'ਚ ਹੋਇਆ, ਬੰਬੇ 'ਚ ਹੋਇਆ, ਜਿੱਦਾਂ ਦੇ ਪ੍ਰਦਰਸ਼ਨ ਹੋਏ, ਤੁਸੀਂ ਦੱਸੋ ਜਲੰਧਰ 'ਚ ਇੱਕ ਵੀ ਪ੍ਰਦਰਸ਼ਨ ਹੋਇਆ? ਆਪਣੇ ਸਟੇਟ ਰਿਸੋਰਸਿਸ, ਆਪਣਾ ਲੰਗਰ, ਆਪਣਾ ਰਾਸ਼ਨ, ਜੋ ਆਪਾਂ ਇਹਨਾਂ ਨੂੰ ਆਫਰ ਕਰ ਸਕਦੇ ਆ, ਸਾਰੀਆਂ ਚੀਜ਼ਾਂ ਦੀ ਇੱਕ ਲਿਮਿਟ ਹੈ। ਇਹਨਾਂ ਨੂੰ ਦਿੱਤੀ ਜਾਣ ਵਾਲੀ ਦਵਾਈ, ਖੁਦਾ ਨਾ ਕਰੇ ਬਿਮਾਰ ਹੋ ਜਾਣ, ਦਿੱਤੇ ਜਾਣ ਵਾਲੇ ਹਸਪੀਟਲ, ਉਹ ਵੀ ਸਾਰੀਆਂ ਚੀਜ਼ਾਂ ਲਿਮਿਟਡ ਸੀਗੀਆਂ। ਇਸ ਕਰਕੇ ਇਹ ਜਿਹੜੇ ਵਿਰਲਾ ਹੋਇਆ ਹੈਗਾ ਕੰਮ, ਇਹ ਵੀ ਇੱਕ ਆਪਣੇ ਹੱਕ 'ਚ ਹੀ ਹੈ। ਔਰ ਮੈਂ ਇੱਕ ਹੁਣ ਚੰਗਾ ਟ੍ਰੈਂਡ ਇਹ ਦੱਸਦਾ ਕਿ ਕੱਲ ਤੋਂ 20-25% ਮਾਈਗ੍रेंट लेबर ऐसी है ਜਿਹੜੀ ਕਿ फ़ोन ਤੇ ਕਹਿੰਦੀ ਹੈ ਕਿ ਸਰ हमें काम मिल गया, हम जाना नहीं चाहते। तो इंडस्ट्री ਵਾਲੇ ਆਪਦੇ ਮਨ 'ਚ ਇੱਕ ਕੌਨਫੀਡੈਂਸ ਰੱਖਣ, ਆਪਦਾ ਕੰਮ ਚਾਲੂ ਕਰਨ। ਹੁਣ ਜਿਹੜੀ ਲੇਬਰ ਹੈ ਉਹ ਰਿਟੇਨ ਹੋ ਰਹੀ ਹੈ, ਕਿਉਂਕਿ ਅੱਜ ਤੋਂ ਨਾਰਮਲ ਕੰਮ ਚਾਲੂ ਹੋ ਗਿਆ। ਤੇ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਦੁਬਾਰਾ ਤੋਂ, ਕਿਉਂਕਿ ਅੱਗੇ ਮੈਂ ਬੜੀ ਫ੍ਰੀਕੁਐਂਟਲੀ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ, ਅੱਜ ਥੋੜੀ ਜਿਹੀ ਲੰਬੀ ਗੱਲ ਕੀਤੀ ਹੈ ਕਿ ਕਰਫਿਊ ਅੱਜ ਹੋ ਗਿਆ, ਹੋ ਸਕਦਾ ਆਪਾਂ ਘੱਟ ਫ੍ਰੀਕੁਐਂਸੀ ਤੇ ਗੱਲਾਂ ਕਰੀਏ, ਪਰ ਤੁਸੀਂ ਇਹ ਗੱਲਾਂ ਲੜ ਬਲ ਲੈਣੀਆਂ। ਤੁਸੀਂ ਸਾਰੇ ਸਿਆਣੇ ਹੋ, ਮੇਰੇ ਨਾਲ ਤਾਂ ਕਿਤੇ ਵੱਧ ਸਿਆਣੇ ਹੋ, ਤੁਸੀਂ ਮੇਰੇ ਤੋਂ ਵੱਧ ਬਹੁਤ ਦੁਨੀਆ ਦੇਖੀ ਹੈ, ਤੁਸੀਂ ਬਾਹਰੋਂ ਸਾਨੂੰ ਆਬਜ਼ਰਵ ਕਰਦੇ ਹੋ, ਸਾਡੀਆਂ ਗਲਤੀਆਂ ਸਲਤੀਆਂ ਸਾਰੀਆਂ ਦੇਖਦੇ ਹੋ। ਜੇ ਕੋਈ ਰਹੀ ਵੀ ਹੋਈ ਤਾਂ ਉਹਨੂੰ ਮਾਫ ਕਰਿਓ, ਅਸੀਂ ਅੱਗੇ ਵੀ ਜ਼ੋਰ ਇਦਾਂ ਹੀ ਲਾਉਂਦੇ ਰਵਾਂਗੇ। ਸਾਡੀ ਮਨ 'ਚ ਜਾਂ ਨੇਕ ਨੀਤੀ 'ਚ ਕੋਈ ਫਰਕ ਨਹੀਂ ਹੈਗਾ, ਪਰ ਅਲਟੀਮੇਟਲੀ ਆਪਦਾ ਬਚਾਅ ਹਰ ਪਰਿਵਾਰ ਨੇ, ਹਰ ਬੱਚੇ ਨੇ, ਹਰ ਬਜ਼ੁਰਗ ਨੇ, ਹਰ ਮਹਿਲਾ ਨੇ, ਹਰ ਵਿਅਕਤੀ ਨੇ, ਸਭ ਨੇ ਤੁਸੀਂ ਆਪ ਨੇ ਕਰਨਾ ਹੈ। परमात्मा ਤੁਹਾਡੇ ਨਾਲ ਹੈਗਾ, ਆਪਣੇ ਨਾਲ ਹੈਗਾ, ਤੁਸੀਂ ਆਪਦੀ ਰੱਖਿਆ ਕਰੋ, ਔਰ ਅਸੀਂ ਸਰਕਾਰ ਵੱਲੋਂ ਦਿਨ ਰਾਤ ਇਦਾਂ ਹੀ ਅੱਗੇ ਵੀ ਲੱਗੇ ਰਵਾਂਗੇ। खुदा हाफिज, और परमात्मा ਤੁਹਾਡੀ ਇਦਾਂ ਹੀ ਚੜ੍ਹਦੀ ਕਲਾ, ਚੰਗੀ ਸਿਹਤ ਰੱਖੇ। ਧੰਨਵਾਦ।